ਜਿਹਦੇ ਕੋਲ 1 ਏਕੜ ਆ ਉਹ ਅੱਜ ਤੋਂ समझ ले मेरे को 2.5 ਏਕੜ ਆ। इस विधि ਦੇ ਨਾਲ एक खेत ਦੇ ਵਿੱਚ ਤੁਸੀਂ ਐਟ ਏ ਟਾਈਮ 12 ਫਸਲਾਂ ਬੀਜ ਸਕਦੇ ਹੋ ਔਰ ਅਸੀਂ ਦਵਾਈ ਤੇ ਕੋਈ ਪਾਉਂਦੇ ਹੀ ਨਹੀਂ ਔਰ ਸਾਨੂੰ ਤੁਸੀਂ ਦੇਖੋ ਕਿੱਡਾ ਸੋਹਣਾ ਰਿਜ਼ਲਟ ਮਿਲ ਰਿਹਾ ਆ ਜਿਹਦੇ ਵਿੱਚ ਅਸੀਂ ਖੜੇ ਆ ਔਰ ਇਹਦਾ ਰਿਜ਼ਲਟ ਜਿੰਨੇ ਸਾਡੇ ਮਿੱਤਰ ਕੀਟ ਖੇਤ ਵਿੱਚ ਹੋਣਗੇ ਉਨੀ ਸਾਡੀ ਧਰਤੀ ਫਰਟਾਈਲ ਹੋਏਗੀ। ਇਹ ਸਾਨੂੰ ਅੱਜ ਮੰਨ ਲਓ ਕੱਲ ਮੰਨ ਲਓ ਸਾਨੂੰ ਮੰਨਣਾ ਪਏਗਾ। ਇੱਕ ਦੇਸੀ ਗਾਂ ਤੁਹਾਡੀ 30 ਏਕੜ ਖੇਤੀ ਵਾਸਤੇ ਬਹੁਤ ਹੈ। ਤੁਹਾਨੂੰ ਕੋਈ ਫਰਟੀਲਾਈਜ਼ਰ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਦੇਸੀ ਗਾਂ ਹੈਗੀ ਆ। सन 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ ਤੇ ਮੌਜੂਦਾ ਸਮੇਂ ਵਿੱਚ ਡਾਕਟਰ ਇੰਦਰਜੀਤ ਕੌਰ ਜੀ ਇਸ ਦੇ ਪ੍ਰਧਾਨ ਹਨ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵਿੱਚ ਅੱਜ ਹਜ਼ਾਰਾਂ ਲਵਾਰਿਸ ਮਰੀਜ਼ ਦਾਖਲ ਹਨ ਜਿਨ੍ਹਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਪਿੰਗਲਵਾੜਾ ਸੰਸਥਾ ਬੜੀ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਹੋਰ ਕਾਰਜ ਵੀ ਜਿਨ੍ਹਾਂ ਵਿੱਚ ਗਰੀਬ ਬੱਚਿਆਂ ਲਈ ਪੜ੍ਹਾਈ ਅਤੇ ਹਸਪੀਟਲ ਵੀ ਸ਼ਾਮਿਲ ਹਨ। ਭਗਤ ਪੂਰਨ ਸਿੰਘ ਜੀ ਦੀ ਸੋਚ ਤੇ ਚੱਲਦਿਆਂ ਸਾਲ 2006 ਵਿੱਚ ਧੀਰੇਕੋਟ ਵਿੱਚ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਮਾਡਲ ਸਥਾਪਿਤ ਕੀਤਾ ਗਿਆ ਜਿਸ ਦੇ ਇੰਚਾਰਜ ਮਾਸਟਰ ਰਾਜਵੀਰ ਸਿੰਘ ਜੀ ਹਨ। 33 ਏਕੜ ਵਿੱਚ ਬਣੇ ਇਸ ਜ਼ੀਰੋ ਬਜਟ ਕੁਦਰਤੀ ਖੇਤੀ ਮਾਡਲ ਵਿੱਚ ਦੇਸੀ ਗਾਵਾਂ ਸਮੇਤ ਅਜਿਹੇ ਤਰੀਕੇ ਨਾਲ ਸੰਯੁਕਤ ਖੇਤੀ ਕੀਤੀ ਗਈ ਹੈ ਕਿ ਘੱਟ ਜ਼ਮੀਨ ਵਿੱਚ ਵੀ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ। ਆਪਣੀ ਖੇਤੀ ਟੀਮ ਨੇ ਕੋਸ਼ਿਸ਼ ਕੀਤੀ ਹੈ ਕਿ ਇਸ ਸੁਚੱਜੇ ਖੇਤੀ ਮਾਡਲ ਤਕਨੀਕ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ। अपनी खेती चैनल राही सारे दूर नेड़े बैठे हुए किसान वीरां नूं नमस्कार सत श्री अकाल। किसान दोस्तों अज असी पिंगलवाड़ा फार्म जिथे कुदरती खेती 2006 तो हो रही है उत्थे खड़े हाँ और असी तुहाडे नाल विचार चर्चा साझी करांगे कि इस फार्म के उत्ते खेती जिहड़ी आ बिना खाद तो बिना स्प्रेयां तो बिना कोई भी जहरीला जहर छिड़कन तो किवें हो रही आ और 2006 तो जिहड़ी खेती कर रहे हैं ਉਹਦੇ ਸੰਬੰਧੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਅੱਜ ਆਪਾਂ ਖਾਸ ਕਰਕੇ ਖੇਤੀ ਦੀ ਇਸ ਚੈਨਲ ਦੇ ਮਾਧਿਅਮ ਰਾਹੀਂ ਗੱਲ ਕਰਾਂਗੇ ਕਿ ਸਮੇਂ-ਸਮੇਂ ਅਸੀਂ ਇੱਕ ਖੇਤ ਦੇ ਵਿੱਚ 12-12 ਫਸਲਾਂ ਜਿਹੜੀਆਂ ਕਿਵੇਂ ਲੈਣੀਆਂ। ਜਿੱਥੇ ਅਸੀਂ ਖੜੇ ਆ ਇਹ ਗੰਨਾ ਆ, ਇਹ ਗੰਨੇ ਦੀ ਵੈਰਾਈਟੀ ਹੈ 119 ਲੇਟ ਵੈਰਾਈਟੀ ਗੰਨਾ ਆ ਔਰ ਇਸ ਗੰਨੇ ਦੇ ਵਿੱਚ ਹੁਣੇ ਤੁਸੀਂ ਦੇਖ ਰਹੇ ਹੋ ਕਿ ਟਰੈਕਟਰ ਚੱਲ ਕੇ ਹਟਿਆ ਆ। ਇਹਦੇ ਵਿੱਚ ਅਸੀਂ ਜਿਹੜੀਆਂ ਸਬਜ਼ੀਆਂ ਬੀਜੀਆਂ ਸੀ ਉਹ ਸੀਜ਼ਨ ਤੁਹਾਨੂੰ ਪਤਾ ਅਗਸਤ ਸਤੰਬਰ ਦੇ ਵਿੱਚ ਜਿਹੜੀਆਂ ਦੂਜੀਆਂ ਸਬਜ਼ੀਆਂ ਆਉਂਦੀਆਂ ਔਰ ਪਹਿਲੀਆਂ ਸਬਜ਼ੀਆਂ ਜਿਹੜੀਆਂ ਖਤਮ ਹੋ ਜਾਂਦੀਆਂ। ਅਸੀਂ ਇਹਦੇ ਵਿੱਚ ਭਿੰਡੀ ਵੀ ਸੀਗੀ ਔਰ ਇਹਦੇ ਵਿੱਚ ਕਰੇਲਾ ਵੀ ਸੀਗਾ, ਇਹਦੇ ਵਿੱਚ ਘੀਆ ਵੀ ਸੀ, ਘੀਆ ਤੋਰੀ ਵੀ ਸੀ। ਉਸ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਪਾਲਕ, ਗਾਜਰ, ਮੂਲੀ, ਸ਼ਲਗਮ, ਮੇਥੀ, ਚੁਕੰਦਰ, फुल गोभी, ब्रोकली और इस तरह जिन्नियां सीजन दियां सब्जियां आ वो असी तकरीबन ये लावांगे। भाव गन्ने दे विच 12 साडे बैड ने जिहड़े 12 फुट की चढ़ाई दे ने और 13 बैड जिहड़े आ वो 4 फुट की डिस्टेंस ते 2 लाइनां गन्ने दियां आ। और ये गन्ना मैनूं दस के खुशी होएगी कि शुगर केन डिपार्टमेंट ने इहदी जील्ड कड्ढी सी 1/4 एकड़ च भाव 2 कनालां दे विच गन्ना 400 क्विंटल वो सानूं सर्टिफिकेट दे के गए सी सरदार कान सिंह जी पन्नू। किसान दोस्तों जिस खेत में असी खड़े हाँ तुसी हल्दी देख रहे हो, टर्मरिक और ये पॉपुलर भी ने। पॉपुलर अते हल्दी मिक्स क्रॉप्स आ। हल्दी किसान वीरों तुसी सारे जानते हो कि 11 महीने की फसल आ और जदों असी हल्दी लाने असी इत्ते मल्चिंग कर देने। मल्चिंग भाव जिन्नी वेस्टेज घाह फूस तुहाडा सब्जियां दा होवे जां तुहाडा गन्ने दा होवे जां तुहाडे धान दा होवे झोने दा होवे ये सारा जिहड़ा आ ये असी इहदे उपर हल्दी ला के विछा दिता 2-2 इंच और उस तो बाद असी इहनूं पानी लाउने आ। 11 महीने सानूं इहदी कोई गुडाई करन दी लोड़ नहीं पैंदी जे तुसी मल्चिंग नहीं करदे। और मल्चिंग दा देखो की फायदा, मल्चिंग दे 4 फायदे आ। नंबर 1 साडे मित्र कीट हनेरे च काम करना ज़्यादा पसंद करते। धरती दे विच छे करनगे, ऊर्जा जाएगी, नाइट्रोजन जाएगी, ऑक्सीजन जाएगी, खुराकी तत्त इहदे च जाणगे और कीड़े जिहड़े आ पसंद करनगे हनेरे च काम करना। सैकंड सानूं गुडाई नहीं करनी पेगी। थर्ड सानूं पानी घट देना पेगा क्योंकि नमी जिहड़ी आ बरकरार रहेगी। और ये जिहड़े साडे फायदे आ सानूं इन्हां दे विच ध्यान दे नाल चलना चाहिए कि जिथे असीं मल्चिंग कीती आ जिहड़ा घाह फूस सट्रा पाया होया उत्थे हल्दी जिहड़ी आ तुहाडी बैटर होएगी, जिहड़ा ओपन होएगा उत्थे हल्दी जिहड़ी आ तुहाडी
ਵੀਕ ਹੋਏਗੀ। ਔਰ ਇਹਦੇ ਵਿੱਚ ਮੈਂ ਇੱਕ ਹੋਰ ਵੀ ਪ੍ਰੈਕਟੀਕਲ ਜਿਹੜਾ ਸੀ ਉਹ ਕਨੇਰੀ ਮੱਠ ਗਿਆ ਸੀ ਕਡੇਸ਼ਵਰ ਸਵਾਮੀ ਜੀ ਦੇ ਪੂਨੇ ਤੋਂ ਅੱਗੇ, ਉੱਥੇ ਇੱਕ ਪ੍ਰੈਕਟੀਕਲ ਕੀਤਾ ਸੀਗਾ ਕਿ ਜਦੋਂ ਇਹ ਹਲਦੀ ਦੇ 4-4 ਪੱਤੇ ਹੋ ਜਾਂਦੇ ਆ ਔਰ ਇਹਦੀ ਤੁਸੀਂ ਜਿਹੜੀ ਵਿਚਲੀ ਸੂਟ ਆ ਉਹਨੂੰ ਖਿੱਚ ਦੇਣਾ ਹੈ, ਔਰ ਇਹਦੇ ਖਿੱਚਣ ਦੇ ਨਾਲ ਇਹਦੀ ਜਿਹੜੀ ਟਿਲਰਿੰਗ ਆ ਉਹ ਵੱਜੇਗੀ, ਭਾਵ ਥੱਲੇ ਫਰੂਟ ਜਿਹੜਾ ਆ ਉਹਦੀ ਮਾਤਰਾ ਜਿਹੜੀ ਆ ਉਹ ਮਤਲਬ ਕਿਲੋਆਂ ਦੇ ਹਿਸਾਬ ਨਾਲ ਜਿਹੜੀ ਆ ਉਹ ਵੱਜੇਗੀ। ਕਿਸਾਨ ਦੋਸਤੋ, ਹਲਦੀ ਤੋਂ ਬਾਅਦ ਜਿਸ ਖੇਤ ਵਿੱਚ ਅਸੀਂ ਖੜੇ ਆ ਇਹ 1121 ਬਾਸਮਤੀ ਆ। ਇਹਦੇ ਵਿੱਚ ਅਸੀਂ ਪਸ਼ੂਆਂ ਦਾ ਚਾਰਾ ਲਿਆ ਸੀ। ਪਸ਼ੂਆਂ ਦੇ ਚਾਰੇ ਦੇ ਵਿੱਚ ਲੋਬੀਆ ਸੀ, ਮੂੰਗੀ ਸੀ, ਬਾਜਰਾ ਸੀ, ਮੱਕੀ ਸੀ, 4 ਵੈਰਾਈਟੀਆਂ ਦਾ ਬੀਜ ਅਸੀਂ ਲਾਇਆ ਸੀ ਪਸ਼ੂਆਂ ਵਾਸਤੇ, ਕਿਉਂਕਿ ਲੋਬੀਆ ਨੇ ਨਾਈਟ੍ਰੋਜਨ ਬਣਾਤੀ, ਮੂੰਗੀ ਨੇ ਨਾਈਟ੍ਰੋਜਨ ਬਣਾਤੀ ਜਿਹੜੀ 1121 ਬਾਸਮਤੀ ਦੇ ਕੰਮ ਆਈ ਆ। ਔਰ ਇਹ ਅਸੀਂ ਪੌਦ ਤਿਆਰ ਕਰਕੇ ਲਾਈ ਹੋਈ ਆ। ਇਸ ਤੋਂ ਪਿਛਲਾ ਖੇਤ ਜਿਹੜਾ ਆ ਉਹਦੇ ਵਿੱਚ ਅਸੀਂ ਬੈੱਡਾਂ ਦੇ ਉੱਤੇ 6 kg 1121 ਦਾ ਬੀਜ ਜਿਹੜਾ ਸੀ ਉਹ ਡਰਿਲ ਕੀਤਾ ਸੀਗਾ, ਔਰ ਉਹਦਾ ਰਿਜ਼ਲਟ ਜਿਸ ਖੇਤ ਦੇ ਵਿੱਚ ਅਸੀਂ ਖੜੇ ਆ, ਪਿਛਲਾ ਖੇਤ ਤੋਂ ਵੀ ਤੁਹਾਨੂੰ ਦਿਖਾਵਾਂਗੇ, ਉਹਦਾ ਰਿਜ਼ਲਟ ਇਸ ਤੋਂ ਵੀ ਅੱਛਾ ਆ। ਭਾਵ ਕਿ ਸਾਨੂੰ ਪੌਦ ਤਿਆਰ ਕਰਕੇ ਝੋਨਾ ਬਾਸਮਤੀ ਲਾਉਣ ਦੀ ਲੋੜ ਨਹੀਂ। ਜੇ ਤੁਹਾਡੇ ਕੋਲ ਸੀਡ ਡਰਿਲ ਹੈਗੀ ਆ, ਮਲਟੀਪਰਪਜ਼ ਸੀਡ ਡਰਿਲ ਜਿਹੜੀ ਅਸਾਂ ਵੀ ਬਣਵਾਈ ਹੋਈ ਆ, ਹੋਰ ਵੀ ਕਿਸਾਨਾਂ ਨੇ ਬਣਾਈ ਆ, ਉਹਦੇ ਨਾਲ ਤੁਹਾਡੇ ਬੈੱਡ ਵੀ ਬਣ ਜਾਏਗਾ ਔਰ ਪਾਣੀ ਦੀ ਜਿਹੜੀ 60% ਬਚਤ ਹੋਏਗੀ, ਜਿਹਨੂੰ ਬਚਾਉਣਾ ਜਿਹੜਾ ਆ ਬਹੁਤ ਜ਼ਰੂਰੀ ਆ। ਔਰ ਇਸ ਤਰੀਕੇ ਦੇ ਨਾਲ ਜਿਹੜੀ ਲਾਈ ਹੋਈ ਬਾਸਮਤੀ ਆ, ਜਦੋਂ ਅਸੀਂ ਇਹਦੇ ਵਿੱਚ ਪਸ਼ੂਆਂ ਦਾ ਚਾਰਾ ਲੈ ਲਿਆ ਔਰ ਜਿੰਨੇ ਵੀਡਸ ਆ, ਨਦੀਨ ਜਿਹਨਾਂ ਨੂੰ ਅਸੀਂ ਕਹਿੰਦੇ ਆ, ਖਰਪਤਵਾਰ ਜਿਹਨੂੰ ਕਹਿੰਦੇ ਆ, ਉਹ ਸਾਰਾ ਇਹਦੀ ਜਰਮੀਨੇਸ਼ਨ ਇਹਦੇ ਵਿੱਚ ਹੋ ਗਈ ਔਰ ਅਸੀਂ ਦਵਾਈ ਤੇ ਕੋਈ ਪਾਉਂਦੇ ਹੀ ਨਹੀਂ। ਔਰ ਸਾਨੂੰ ਤੁਸੀਂ ਦੇਖੋ ਕਿੱਡਾ ਸੋਹਣਾ ਰਿਜ਼ਲਟ ਮਿਲ ਰਿਹਾ ਆ ਜਿਹਦੇ ਵਿੱਚ ਅਸੀਂ ਖੜੇ ਆ। ਇਹ ਕਿੱਡੀ ਅਲੋਕਾਰ 1121 ਬਾਸਮਤੀ ਆ ਔਰ ਇਹਨੇ ਡਿੱਗਣਾ ਵੀ ਨਹੀਂ। ਇਹਦਾ ਝਾੜ ਜਿਹੜਾ ਆ 23 ਤੋਂ 24 ਕੁਇੰਟਲ ਹੋਏਗਾ, ਕਿਉਂਕਿ ਐਗਰੀਕਲਚਰ ਡਿਪਾਰਟਮੈਂਟ ਨੂੰ ਮੈਂ ਬੁਲਾ ਕੇ ਇਹਦੀ ਜੀਲਡ ਕੱਢਣ ਵਾਸਤੇ ਉਹਨਾਂ ਨੂੰ ਰਿਕੁਐਸਟ ਕਰਾਂਗਾ। ਔਰ ਹੁਣ ਜਿਹੜਾ ਨਵਾਂ ਮੈਥਡ ਦੱਸਾਂਗੇ ਅਸੀਂ ਵੀ 2.5 ਕਿਲੋ ਕਣਕ 1 ਏਕੜ ਵਾਸਤੇ ਪੌਦ ਤਿਆਰ ਕਰਕੇ, ਪਨੀਰੀ ਤਿਆਰ ਕਰਕੇ ਕਿੱਦਾਂ ਤੁਸੀਂ ਬੈੱਡਾਂ ਤੇ ਉਹ ਲਾਉਣੀ ਆ, ਖੇਲਾਂ ਦੇ ਉੱਤੇ ਲਾਉਣੀ ਆ, ਫਿਰ ਉਹਨੂੰ ਪਾਣੀ ਦੇਣਾ ਆ। ਇਸ ਤਰ੍ਹਾਂ ਘਾਹ ਅਸੀਂ ਜਿਹੜੇ ਪ੍ਰੈਕਟੀਕਲ ਕਰਦੇ ਰਹਿੰਦੇ ਆ। ਇਹ ਸੰਗਤ ਦਾ ਫਾਰਮ ਆ, ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ। ਇਹ ਉਹਨਾਂ ਸਾਡੇ ਵੀਰਾਂ ਦਾ, ਉਸ ਪਰਿਵਾਰ ਦਾ ਫਾਰਮ ਹੈ ਜਿਹੜੇ ਬੈੱਡਾਂ ਦੇ ਉੱਤੇ ਲੰਮੇ ਪਏ ਆ, ਜਿਹੜੇ ਚੱਲ ਨਹੀਂ ਸਕਦੇ। ਕਿਸਾਨ ਦੋਸਤੋ, ਜਿਸ ਖੇਤ ਵਿੱਚ ਅਸੀਂ ਖੜੇ ਆ ਇਹ ਬੜੇ ਇੱਕ ਵੱਖਰੀ ਕਿਸਮ ਸਿਸਟਮ ਦੇ ਨਾਲ ਅਸੀਂ ਬਾਸਮਤੀ ਲਾਈ ਹੋਈ ਹੈ। 1121 6 ਕਿਲੋ ਬੀਜ ਅਸੀਂ ਡਰਿਲ ਕੀਤਾ। ਇਹਦੀ ਖਾਸੀਅਤ ਇਹ ਆ ਕਿ ਡਰਿਲ ਜਿਹੜੀ ਕੀਤੀ ਅਸੀਂ ਉਹਦੇ ਨਾਲ ਹੀ ਬੈੱਡ ਬਣ ਗਏ ਔਰ ਇਹ ਬੈੱਡ ਜਿਹੜੇ ਆ ਉੱਤਰ ਦੱਖਣ ਤੁਸੀਂ ਦੇਖ ਰਹੇ ਹੋ, ਉੱਤਰ ਦੱਖਣ ਬੈੱਡ ਬਣੇ ਆ। ਔਰ ਜਿਹੜਾ ਇੱਕ ਪੌਦਾ ਆ, ਇਹ ਜਿਹੜਾ ਮੇਰੇ ਹੱਥ 'ਚ ਆ, ਕੋਈ ਵੀ ਪੌਦਾ ਆ, ਇਹਦੀ ਟਿਲਰਿੰਗ ਜਿਹੜੀ ਆ 40 ਤੋਂ 50 ਦੇ ਕਰੀਬ ਆ, ਹੋ ਸਕਦਾ ਕਿਸੇ ਦੀ 55 ਵੀ ਹੋਵੇ। ਔਰ ਅੱਗੇ ਤੋਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਆ ਕਿ ਜਿਹੜੇ ਕਿਸਾਨ ਵੀਰ ਕੁਦਰਤੀ ਖੇਤੀ ਕਰਦੇ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਬੀ ਨੂੰ ਡਰਿਲ ਕਰਨ, ਜਿਹਦੇ ਨਾਲ ਬੈੱਡ ਬਣ ਜਾਣ। ਬੈੱਡਾਂ ਦੇ ਉੱਤੇ ਪਾਣੀ ਦੀ ਬਹੁਤ ਘੱਟ ਲੋੜ ਪਏਗੀ ਔਰ ਬੈੱਡਾਂ ਦੇ ਉੱਤੇ ਪੌਦਾ ਵੀ ਹੈਵੀ ਹੋਏਗਾ। ਬੈੱਡਾਂ ਦੇ ਉੱਪਰ ਪੌਦਾ ਜਿਹੜਾ ਉਹ ਡਿੱਗੇਗਾ ਵੀ ਨਹੀਂ ਔਰ ਉਹਦੀ ਜੀਲਡ ਜਿਹੜੀ ਆ ਜ਼ਿਆਦਾ ਹੋਏਗੀ। ਔਰ ਤੁਸੀਂ ਇਹ ਜਿਹੜਾ ਹਾਲੀ ਇਹਦੇ 'ਚ 1-1.5 ਮਹੀਨਾ ਪਿਆ ਆ ਪੱਕਣ ਦੇ ਵਿੱਚ, ਤੁਸੀਂ ਆਣ ਕੇ ਜਦੋਂ ਮਰਜ਼ੀ ਕਿਸਾਨ ਦੋਸਤੋ ਵੇਖ ਸਕਦੇ ਹੋ। ਕਿਸਾਨ ਦੋਸਤੋ, ਜਿਸ ਖੇਤ ਵਿੱਚ ਅਸੀਂ ਖੜੇ ਆ, ਤੁਸੀਂ ਬਹੁਤ ਹੈਰਾਨ ਹੋ ਕੇ ਦੇਖ ਕੇ ਕਿ ਇਹਦੇ 'ਚ ਐਟ ਏ ਟਾਈਮ 5-6 ਫਸਲਾਂ ਲੱਗੀਆਂ ਹੋਈਆਂ ਆ। ਅਨਾਰ ਜਿਸ ਪੌਦੇ ਦੇ ਕੋਲ ਮੈਂ ਖੜਾ, ਤੁਸੀਂ ਦੇਖੋ ਕਿ ਇੱਕ ਗੁੱਛੇ ਨੂੰ 5-5, 6-6 ਅਨਾਰ ਜਿਹੜੇ ਲੱਗੇ ਹੋਏ ਆ। ਇਹਦੀ ਉਮਰ ਪੌਦੇ ਦੀ 3 ਸਾਲ ਆ। ਔਰ ਖਾਸੀਅਤ ਇਹ ਆ ਕਿ ਇਹਦੇ ਅਸੀਂ ਤਣੇ ਨੂੰ ਪਾਣੀ ਟੱਚ ਨਹੀਂ ਹੋਣ ਦਿੱਤਾ। ਇਹਦੇ ਜਿਹੜੇ ਚਾਰੇ ਪਾਸੇ ਧਰਤੀ ਆ ਉਹ ਦੂਜੀ ਧਰਤੀ ਨਾਲੋਂ, ਖੇਤ ਦੀ ਧਰਤੀ ਨਾਲੋਂ ਤਕਰੀਬਨ 2.5 ਤੋਂ 3 ਇੰਚ ਜਿਹੜੀ ਆ ਉੱਚੀ ਆ, ਕਿਉਂਕਿ ਪਾਣੀ ਜਿਹੜਾ ਆ ਰੂਟ ਮੰਗਦਾ ਆ, ਜੜ੍ਹਾਂ ਮੰਗਦੀਆਂ ਨੇ, ਨਾ ਕਿ ਤਣਾ ਪਾਣੀ ਮੰਗਦਾ। ਤਣੇ ਨੂੰ ਪਾਣੀ ਟੱਚ ਹੋਏਗਾ, ਨਿੰਬੂ ਹੋਵੇ, ਅਮਰੂਦ ਹੋਵੇ, ਕੋਈ ਵੀ ਪੌਦਾ ਹੋਏ ਉਹ ਬਿਮਾਰ ਹੋਏਗਾ, ਉਹਨੂੰ ਫੰਗਸ ਆਏਗੀ, ਉੱਲੀ ਤੋਂ ਸਾਰੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਔਰ ਇਸ ਖੇਤ ਦੀ ਖਾਸੀਅਤ ਹੈ ਕਿ ਇਹਦੇ 'ਚ ਐਟ ਏ ਟਾਈਮ 6 ਫਸਲਾਂ ਨੇ। ਇਸ ਵੇਲੇ ਤੁਸੀਂ ਦੇਖ ਰਹੇ ਹੋ ਅਨਾਰ ਦੇ ਕੋਲ ਮੈਂ ਖੜਾ ਆ, ਇਹ ਲੋਬੀਆ। ਜਿਹੜਾ ਲੋਬੀਆ ਆ, ਲੋਬੀਆ ਇੱਕ ਅਜਿਹੀ ਫਸਲ ਆ ਜਿਹਦੀ ਦਾਲ ਸਭ ਤੋਂ ਉੱਤਮ ਦਾਲ ਆ। ਤੁਸੀਂ ਕਦੀ ਵੀ ਇਹਨੂੰ ਕਿਤਾਬਾਂ ਦੇ ਵਿੱਚ ਦੇਖੋ, ਸਭ ਤੋਂ ਜ਼ਿਆਦਾ ਫੂਡ ਵੈਲਿਊ ਲੋਬੀਏ ਦੀ ਆ ਔਰ ਨਾਈਟ੍ਰੋਜਨ ਬਹੁਤ ਮਾਤਰਾ ਦੇ ਵਿੱਚ ਜ਼ਮੀਨ ਦੇ ਵਿੱਚ ਬਣਾਉਂਦਾ। ਔਰ ਜਿਹੜੇ ਕਾਂ ਤੋਤੇ ਆ ਉਹਨਾਂ ਨੂੰ ਅਸੀਂ ਬਚਾਉਣਾ ਸੀ ਅਨਾਰਾਂ ਨੂੰ ਉਹਨਾਂ ਦੇ ਕੋਲੋਂ, ਤੇ ਅਸੀਂ ਉਹਨਾਂ ਵਾਸਤੇ ਮੱਕੀ ਦੇ ਟਾਂਡੇ ਵਿੱਚ ਲਾਏ ਹੋਏ ਆ, ਕਿਉਂਕਿ ਉਹਨਾਂ ਦੀ ਪਸੰਦ ਕਾਵਾਂ ਤੋਤਿਆਂ ਦੀ ਮੱਕੀ ਆ। ਔਰ ਇਵੇਂ ਹੀ ਇਹਦੇ ਵਿੱਚ ਹਲਵਾ ਆ ਕਿ ਇਹ ਹਲਵੇ ਦੀਆਂ ਜਿਹੜੀਆਂ ਵੱਲਾਂ ਨੇ, ਇਹਨਾਂ ਨੂੰ ਹਲਵੇ 4-4 ਕਿਲੋ ਦੇ ਵੀ ਜਿਹੜੇ ਲੱਗਦੇ ਆ। ਹੁਣ ਬਰਸਾਤ ਹੋ ਕੇ ਹਟੀ ਆ, ਹੁਣ ਥੋੜ੍ਹਾ ਜਿਹਾ ਸਲੋ ਹੋ ਗਿਆ। ਔਰ ਇਹ ਜਿਹੜਾ ਹਲਵਾ ਆ ਇਹ ਬਹੁਤ ਅੱਛੀ ਸਬਜ਼ੀ ਬਣਦੀ ਆ। ਕੱਦੂ
घीए की वैरायटी हलवे की आ। और इस तरह विच इहदे अगे देखोगे तुसी करेले ने और लोबिया आ, हलवा आ, अनार ने। हाँ जी, तो ये जिहड़ियां असीं इन्नियां फसलां लैंदे आ क्योंकि धरती साडी कल्लियां दी नहीं, इहदे विच बहुत सारे कीड़े मकोड़े पंछी जानवरां दा शहर आ और सानूं उन्हां दा भी ख्याल रखना पएगा। कुदरती खेती दे विच मैं किसान वीरां नूं कहांगा कि एक खेत दे विच एक फसल नाल साडा गुजारा नहीं। एक खेत दे विच तुसीं एट ए टाइम 12 फसलां बीज सकदे हो। और मैं दावे नाल कहना कि मेरे कोल आओ, जिहदे कोल 1 एकड़ आ वो अज तो समझ ले मेरे कोल 2.5 एकड़ आ। इस विधि दे नाल सानूं उहदे विच मल्टी क्रॉप्स सीजन दियां 5 फसलां जिहड़ियां आ 6 फसलां 12 फसलां असीं लै सकदे हां और समय समय उहदा मंडीकरण जिहड़ा हुंदा रहेगा। किसान दी जेब दे विच जे सब्जियां लाइयां तो रोज़ पैसा आएगा। ये सानूं ध्यान देना चाहीदा आ कि एक खेती नहीं, एक खेत दे विच हुण जिहड़ा सीजन इस वेले चल रिहा इहदे च 12 फसलां एक खेत दे विच होणगीਆਂ, गन्ने दे विच 12 फसलां होणगीਆਂ और मंडीकरण हुंदा रहेगा। किसान दोस्तों, इस बोर्ड के उत्ते तुसीं पढ़ रहे हो ट्यूबवैलां दा पानी अते जीव अमृत। ये जिहड़ा असीं जीव अमृत तैयार करते हैं 1 एकड़ वास्ते 5 किलो पशु का गोबर, 5 किलो पेशाब, 2 किलो 2 दली दाल का आटा प्रोटीन वास्ते और कार्बोहाइड्रेट्स वास्ते गुड़। ये जिहड़ा असीं जीव अमृत तैयार करते हैं जीवां नूं प्रमोट करने वास्ते जिहड़े धरती दे साडे मित्र कीट आ 85% जिन्हां ने खेती लई काम करना, ये पानी दे विच मिक्स हो के ਤਾਂ ਇਹ ਉੱਥੋਂ ਹਵੇਲੀ ਦੇ ਵਿੱਚੋਂ ਆਏਗਾ ਜਿੱਥੇ ਸਾਡੇ ਡੇਅਰੀ ਫਾਰਮ ਆ ਔਰ ਉੱਥੋਂ ਤਿਆਰ ਹੋ ਕੇ ਪਾਈਪ ਰਾਹੀਂ ਅੰਡਰਗਰਾਊਂਡ ਆਣ ਕੇ ਇਹ ਜਿਹੜੇ 4 ਟਿਊਬਲਾਂ ਦਾ ਪਾਣੀ ਉਹ 'ਚ ਮਿਕਸ ਹੋ ਕੇ ਖੇਤ ਨੂੰ ਜਾ ਰਿਹਾ ਆ। ਜੀਵ ਅੰਮ੍ਰਿਤ ਅਸੀਂ ਪਾਣੀ ਰਾਹੀਂ ਮਿਕਸ ਕਰਕੇ ਭੇਜਦੇ ਹਾਂ। ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜੇ ਤੁਹਾਡੇ ਕੋਲ ਸਾਰੀ ਵਿਧੀ ਨਾ ਵੀ ਹੋਵੇ ਤੁਸੀਂ ਇੱਕ ਡਰਮ ਦੇ ਵਿੱਚ ਜੀਵ ਅੰਮ੍ਰਿਤ ਔਰ ਉਹਦਾ ਛੋਟਾ ਜਿਹਾ ਕਿਨਾਰੇ 'ਤੇ ਰੱਖ ਦਿਓ ਜਿੱਥੇ ਪਾਣੀ ਡਿੱਗਦਾ ਆ ਔਰ ਉਹਦੇ ਵਿੱਚ छोटा जिहा छेक होवे वो जीव अमृत जिहड़ा आ पानी दे विच मिक्स होकर खेत वाल जाएगा। कोई औखा काम नहीं, एक प्लास्टिक का ड्रम होवे उहदे नाल ही तुहाडा काम जिहड़ा एक ट्यूबवैल वाले किसान का काम जिहड़ा वो चल सकदा। और सुक्का गाड़ा जीव अमृत भी बनाउने आ, जिवें तुसीं फर्टिलाइजर का छट्टा दिंदे खेत दे विच इस तरह वो छट्टा दे सकदे। एक तरह सुक्का गाड़ा जीव अमृत बनाया होवे तुसीं 2-4 महीने उहनूं स्टोर करके बोरी च पा के भी रख सकदे हो, वो भी एक बहुत सोहनी विधि आ। ये जिहड़ा जीव अमृत आ पानी राहीं मिक्स करके खेत नूं भेजदे आ और इहदा रिजल्ट जिन्ने साडे मित्र कीट खेत विच होणगे उन्नी साडी धरती फर्टाइल होएगी। ये सानूं अज मान लो कल मान लो सानूं मनना पएगा। पशु धन दी साडे जीवन दे विच बहुत लोड़ आ क्योंकि ये सानूं दुध दे रहा। दूसरा जे पशु गोबर करदा आ पेशाब करदा आ तो वो साडी जमीन नूं फर्टाइल बनाउंदा। जिहड़े साडे मित्र कीट आ और गोहे दे जिहड़े जीवाणु आ वो होर जीवाणुआं नूं जिहड़े बहुत सारिਆਂ ਨੂੰ डिवेलप करके ते खेत दी उपजाऊ शक्ति जिहड़े बनाउंदे आ। और जे ये मतलब सारा एक साइकिल है, एक चेन आ। हाँ जी, कि कौन बना रहा, कौन खा रहा, कौन किसी लिए कोई फूड प्रोवाइड कर रहा, कौन जिहड़ा उस फूड नूं निगार रहा, मतलब कौन उस फूड नूं स्वस्थ कर रहा आ, कौन उस ते ब्यूटी लिया रहा आ। और ये सारी एक बड़ी सानू सोचने वाला विषय आ, बड़े सानू ध्यान देने की लोड़ आ कि पशु धन आ, जानवर आ, कीट आ, ये सारे साडी जिंदगी का हिस्सा ने। इन्हां तो बिना साडी जिंदगी जिहड़ी आ अधूरी आ। और असी जिहड़ा गोबर पेशाब इस डेयरी फार्म दे विच इकट्ठा करदे, साडे कोल 265 के करीब मੱਝਾਂ गावां ने, जिहदे विच देसी गावां ज़्यादा ने, कुछ थोड़ियां जिहियां HF रह गईयां ने और असी देसी सारियां हौली हौली पैदा जिहड़ियां कर दित्तियां ने। और मेरी किसान वीरां नूं बेनती आ कि एक देसी गां तुहाडी 30 एकड़ खेती वास्ते बहुत है। तुहानूं कोई फर्टिलाइजर की लोड़ नहीं जे तुहाडे कोल देसी गां हैगी आ। जिहड़े गोबर दे जीवाणु ने वो जाके खेत दे विच काम करदे आ। 1 ग्राम गोबर च जिवें मैं दस्सिया सी कई करोड़ जीवाणु आ। असीं जीव अमृत बनाउने आ। गोहा पेशाब दफाड़ दालां दा आटा आ उहदे विच असीं गुड़ पाउने आ जां गन्ने दा रस पाउने आ। और ये खेत दी खुराक जिहड़े जीवाणु आ कीट जिहड़े आ फर्टिलाइजर नहीं, जीव अमृत फर्टिलाइजर नहीं, ये जीवां नूं प्रमोट करन वास्ते आ। और जीव ही खेती दी जिहड़ी उपजाऊ शक्ति आ। किसान दोस्तों तुसीं सामने देख रहे हो, तुहानूं गोबर भी नज़र आ रहा और गोबर दे विच तुसीं देख रहे हो वो जिहड़ी लंबी लंबी सीलिक और जिहड़े नड़े वो नज़र आ रहे ने। और ये असीं इहनूं वैटलैंड कवांगे क्योंकि पंजाब दे विच रजिस्टर्ड वैटलैंड 4 ने, हरीके, रोपड़, कांजली
और इधर अजनाले दे कोल जस्तरवाल पिंड सी वो वैटलैंड हुण इस वेले खत्म हो गई आ। गौरमेंट वालों जिहड़ियां रजिस्टर्ड वैटलैंड सीगी और असीं ये छोटी वैटलैंड बनाई 4 कनाल दे विच। इहदे विच नहर दा पानी भी आउंदा आ और बाथरूम दा पानी भी आउंदा, किचन दा पानी भी आउंदा आ और ये पानी जिहड़ा आ असीं चक के ते दूजे पानी जिहड़े ट्यूबलां दे उन्हां दे विच मिक्स करके गोबर पेशाब वाला पानी हुंदा आ। ये गोबर फर्मीटेशन हुंदी रहिंदी आ। कनाल दे पानी जिहड़ा आ वो इहदे विच जदों आ जांदा फिर चक के असीं दूजे पानी च इहनूं मिक्स कर दिंदे एक हाउस पावर दी मोटर दे नाल। ये फर्टिलाइजर दा काम करदा आ। दूसरी जिहड़ी तुसीं इहदे च सीलक ओहड़ी वेस्टेज देख रहे हो वो वेस्टेज नहीं, वो पानी दे फिल्टर आ क्योंकि जिहड़ी सीलक आ वो 80% 85% पानी फिल्टर करदी आ और जिहड़े नड़े आ 90% 90% पानी फिल्टर करदे आ। जिहड़े खालां दे उत्ते बूझे काई नड़ू उग्या हुंदा सी उहनूं मत समझो कि वेस्टेज आ और कई असीं कह दिंदे कि खालां ते गंद पिया। नहीं नहीं, गंद नहीं कहना, ये कहना कि पानी नैचुरल फिल्टर आ। जिहड़ा फिल्टर असीं पैसे खर्च के नहीं ला सकदे, कुदरत ने लाया होया फिल्टर आ। और तुसीं देखदे हुंदे सी छप्पड़ां च एलगी हुंदी सी, एलगी अजोला वो नैचुरल नाइट्रोजन सीगी और हुण छप्पड़ भी नहीं रहे, बरसात भी घट गई आ। और ये असीं जिहड़ी वैटलैंड बनाई आ, मेरी बेनती आ कि तुसीं अपने ट्यूबवैल दे कोल जिहड़ा तुहाडा डेली गोबर हुंदा आ, पशु दा पेशाब हुंदा आ, उहनूं पानी राਹੀਂ मिक्स करके अपने खेत नूं भेज सकदे हो बड़ी आसानी दे नाल और तुहाडी धरती फर्टाइल हो जाएगी। जिहड़ा तुसीं ये सोचदे हो कि खाद तो बिना, DAP तो बिना, यूरिया तो बिना फसल नहीं होएगी, वो अपने मन दे विचों वहम सानूं कढ देना चाहीदा आ। अपनी खेती ऐप दे जरिए मेरी किसान वीरां नूं बेनती आ कि तुसीं साडे नाल जुड़ो और जिहड़ा भी तुहाडा क्वेश्चन होएगा ਅਸੀਂ ਇਹਨਾਂ ਰਾਹੀਂ ਉਹਦਾ ਜਵਾਬ ਦਿਆਂਗੇ। ਔਰ ਜਦੋਂ ਵੀ ਤੁਹਾਨੂੰ ਲੋੜ ਪਵੇ ਹਿੰਦੀ ਦੇ ਵਿੱਚ ਵੀ ਲਿਟਰੇਚਰ ਛਾਪਿਆ ਹੋਇਆ, ਪੰਜਾਬੀ 'ਚ ਵੀ ਛਾਪਿਆ ਹੋਇਆ ਔਰ ਇਹਦੇ ਵਿੱਚ ਜਿੰਨਾ ਵੀ ਸੁਭਾਸ਼ ਪਾਲੇਕਰ ਜੀ ਅਮਰਾਵਤੀ ਤੋਂ ਨੇ, ਇਹਨਾਂ ਨੇ ਬਹੁਤ ਕੰਮ ਕੀਤਾ ਕੁਦਰਤੀ ਖੇਤੀ ਕਿਵੇਂ ਕਰੀਏ। ਅਸੀਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਹੋਇਆਂ ਇਹ ਜਿਹੜੀ ਖੇਤੀ ਸ਼ੁਰੂ ਕੀਤੀ ਸੀ ਕਿਉਂਕਿ ਸਾਡੇ ਕੋਲ ਸਭ ਤੋਂ ਪਹਿਲੀ ਵਾਰ ਸੁਭਾਸ਼ ਪਾਲੇਕਰ ਜੀ ਨੂੰ ਅਮਰਿੰਦਰ ਦੱਤ ਜੀ ਜੈਤੋ ਤੋਂ ਜਿਹੜੇ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਜੁੜੇ ਹੋਏ ਆ और उन्होंने इन्हां दे नाल साडा मेल कराया सी और इस सिलसिला अगे जिहड़ा सी वो चलदा गया। और जिहड़ा साडा पिंगलवाड़े दे टैलीफोन नंबर हैगे ने वो पिंगलवाड़े दे लिटरेचर दे उपर तुसी किसी भी स्टाल तो कोई भी लिटरेचर लओगे उहदे ते पिंगलवाड़े दे जिहड़े नंबर आ वो लिखे हुए आ ਤੇ ਉਹਨਾਂ ਨੰਬਰਾਂ ਤੋਂ ਤੁਸੀਂ ਲੈ ਕੇ ਜਦੋਂ ਵੀ ਚਾਹੋ ਸਾਡੇ ਨਾਲ ਟੈਲੀਫੋਨ ਤੇ ਸੰਪਰਕ ਜਿਹੜਾ ਕਰ ਸਕਦੇ ਹੋ। ਜਦੋਂ ਤੁਸੀਂ ਇਹ ਕਿਤਾਬ ਲਓਗੇ ਇਹਦੇ 'ਚ ਥੱਲੇ ਵੀ ਮੇਰਾ ਵੀ ਨੰਬਰ ਦਿੱਤਾ ਹੋਇਆ, ਡਾਕਟਰ ਭੈਣ ਜੀ ਦਾ ਵੀ, ਸਾਡੇ ਚੀਫ ਐਡਮਿਨਿਸਟ੍ਰੇਟਰ ਬਾਵਾ ਸਾਹਿਬ ਦਾ ਵੀ ਨੰਬਰ ਦਿੱਤਾ ਹੋਇਆ। ਤੁਸੀਂ ਕਿਸੇ ਨਾਲ ਵੀ ਸੰਪਰਕ ਕਰੋਗੇ ਉਹ ਸਾਡੇ ਨਾਲ ਸੰਪਰਕ ਹੋ ਜਾਏਗਾ। ਅਸੀਂ ਆਪਣੀ ਬੁੱਧੀ ਅਨੁਸਾਰ ਜੋ ਜਾਣਦੇ ਆ ਉਹ ਤੁਹਾਨੂੰ ਜ਼ਰੂਰ ਚਾਨਣਾ ਪਾਵਾਂਗੇ, ਦੱਸਾਂਗੇ। ਬਹੁਤ ਬਹੁਤ ਧੰਨਵਾਦ।